नमस्कार साथियों। पंजाबी ਸਾਹਿਤ ਦੇ ਅੰਦਰ ਕਵਿਤਾ ਦੇ ਨਾਲ ਜੁੜਿਆ ਹੋਇਆ ਬੜਾ ਹੀ ਇੰਪੋਰਟੈਂਟ ਟੌਪਿਕ ਆਪਾਂ ਪੜ੍ਹ ਰਹੇ ਸੀ ਰਸ, ਤੇ ਅੱਜ ਉਸ ਦੇ ਅੰਦਰ ਆਪਾਂ ਗੱਲ ਕਰਨੀ ਹੈ ਕਿ ਕਾਵੀ ਰਸ ਦੇ ਪ੍ਰਮੁੱਖ ਸੰਕਲਪ ਕਿਹੜੇ-ਕਿਹੜੇ ਨੇ। ਅੱਜ ਸੰਕਲਪਾਂ ਦੀ ਗੱਲ ਕਰਾਂਗੇ। ਇਸ ਤੋਂ ਪਹਿਲੇ ਆਪਾਂ ਰਸ ਦੇ ਬਾਰੇ ਹੋਰ ਕਈ ਟੌਪਿਕ ਨੇ ਜਿਹੜੇ ਉਹ ਦੇਖ ਚੁੱਕੇ ਹਾਂ, ਤੇ ਇਸ ਤੋਂ ਬਾਅਦ 'ਚ ਜੋ ਆਪਾਂ ਦੇਖਣੇ ਨੇ ਉਹ ਰਸ ਦੇ ਬਾਰੇ ਹੀ ਦੇਖਣੇ ਨੇ ਕਿ ਜੋ ਸਾਡੇ 9 ਰਸ ਨੇ ਇਹਨਾਂ ਦੇ ਸਥਾਈ ਭਾਵ ਕਿਹੜੇ ਨੇ ਤੇ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਸਮਝਿਆ ਜਾ ਸਕਦਾ ਹੈ। ਤਾਂ ਆਓ ਸਾਥੀਓ ਦੇਖਦੇ ਹਾਂ ਕਿ ਕਾਵੀ ਰਸ ਦੇ ਪ੍ਰਮੁੱਖ ਸੰਕਲਪ ਕਿਹੜੇ-ਕਿਹੜੇ ਨੇ। ਕਾਵੀ ਰਸ ਸੰਬੰਧੀ ਚਰਚਾ ਕਰਨ ਵੇਲੇ ਕੁਝ ਪ੍ਰਮੁੱਖ ਸੰਕਲਪਾਂ ਸੰਬੰਧੀ ਗਿਆਨ ਹੋਣਾ ਜ਼ਰੂਰੀ ਹੈ, ਯਾਨੀ ਜਿਹੜੇ ਮੁੱਖ ਸੰਕਲਪ ਨੇ ਆਪਾਂ ਅੱਜ ਉਹਨਾਂ ਨੂੰ ਹੀ ਦੇਖਣਾ ਹੈ। ਸਭ ਤੋਂ ਪਹਿਲੇ ਜਦੋਂ ਆਪਾਂ ਦੇਖਦੇ ਹਾਂ ਤਾਂ ਆਪਣੇ ਕੋਲ ਆ ਜਾਂਦਾ ਸਥਾਈ ਭਾਵ। ਸਥਾਈ मतलब परमानेंटली भाव, यानी वो जज्बे या ख्याल ਜਿਹੜੇ ਸਾਡੇ ਮਨ ਦੇ ਅੰਦਰ ਟਿਕੇ ਹੁੰਦੇ ਨੇ। ਮਨੁੱਖ ਭਾਵਾਂ ਦਾ ਮੁਜਸਮਾ ਹੈ। ਭਾਵ ਮਨੁੱਖ ਦੀਆਂ ਜਮਾਂਦਰੂ ਚਿੱਤ ਬਿਰਤੀਆਂ ਹਨ, ਯਾਨੀ ਇਨਸਾਨ ਦੇ ਅੰਦਰ ਜਿਹੜੇ ਖਿਆਲ ਨੇ ਉਹ ਜਮਾਂਦਰੂ ਨੇ, ਅਰਥਾਤ ਜਨਮ ਤੋਂ ਹੀ ਨੇ ਤੇ ਉਸ ਦੇ ਮਨ ਦੇ ਅੰਦਰ ਟਿਕੇ ਹੁੰਦੇ ਨੇ। ਅਨੇਕ ਪ੍ਰਕਾਰ ਦੀਆਂ ਪਰਿਸਥਿਤੀਆਂ ਅਤੇ ਪ੍ਰਭਾਵਾਂ ਕਾਰਨ ਵੀ ਸਾਡੇ ਮਨ ਵਿੱਚ ਕੁਝ ਸੰਸਕਾਰ ਬਣਦੇ ਰਹਿੰਦੇ ਹਨ। ਕੱਲਾ ਇਹ ਹੀ ਨਹੀਂ ਕਿ ਸਾਥੀਓ ਕਿ ਜਿਹੜੇ ਸਾਡੇ ਇਹ ਖਿਆਲ ਨੇ ਸਾਡੇ ਉਹ ਮਨ ਦੇ ਅੰਦਰ ਟਿਕੇ ਰਹਿੰਦੇ ਨੇ। ਵੇਲੇ ਵੇਲੇ ਦੇ ਅਨੁਸਾਰ, ਹਾਲਾਤ ਦੇ ਅਨੁਸਾਰ ਅਸੀਂ ਜਿਹੜੀ ਸਥਿਤੀ 'ਚੋਂ ਗੁਜ਼ਰਦੇ ਹਾਂ ਉਸ ਮੁਤਾਬਕ ਨਵੇਂ ਜਿਹੜੇ ਸਾਡੇ ਇਹਨਾਂ ਨੂੰ ਪੈਦਾ ਕਰਨ ਵਾਲੇ ਜਿਹੜੇ ਕਾਰਨ ਨੇ ਉਹ ਪੈਦਾ ਹੁੰਦੇ ਰਹਿੰਦੇ ਨੇ ਤੇ ਇਹ ਖਿਆਲ ਉੱਭਰਦੇ ਰਹਿੰਦੇ ਨੇ। ਇਹ ਕਿਸੇ ਵੀ ਪ੍ਰਭਾਵ ਦੇ ਕਾਰਨ ਹੋ ਸਕਦੇ ਨੇ। ਇਹ ਲੁਪਤ ਜਾਂ ਜਾਗਰਤ ਰੂਪ ਵਿੱਚ ਸਾਡੇ ਚੇਤਨ ਅਵਚੇਤਨ ਮਨ ਦਾ ਸਥਾਈ ਅੰਗ ਬਣ ਜਾਂਦੇ ਨੇ। ਯਾਨੀ ਇਹ ਕਈ ਵਾਰ ਤਾਂ ਆਪਾਂ ਨੂੰ ਇਹ ਪਤਾ ਚੱਲ ਜਾਂਦਾ ਹੈ ਜਾਗਦੇ ਰੂਪ ਦੇ ਅੰਦਰ, ਅਰਥਾਤ ਜਿਹੜਾ ਛਲਕ ਪਵੇ, ਤੇ ਕਈ ਵਾਰ ਉਹ ਲੁਪਤ ਹੋ ਜਾਂਦੇ, ਯਾਨੀ ਵਿਖਾਈ ਤਾਂ ਦਿੰਦੇ ਨਹੀਂ, ਜਿਵੇਂ ਕਿ ਉਹ ਗਾਇਬ ਹੀ ਹੋ ਗਏ ਹੋਣ। ਸਾਡੇ ਚੇਤਨ ਜਾਂ ਅਵਚੇਤਨ ਮਨ ਦੇ ਅੰਦਰ ਉਹ ਇਸ ਤਰੀਕੇ ਦੇ ਨਾਲ ਸਥਾਈ ਅੰਗ ਬਣ ਜਾਂਦੇ ਨੇ ਕਿ ਉਸ ਦੇ ਅੰਦਰ ਪਰਮਾਨੈਂਟਲੀ ਟਿਕ ਜਾਂਦੇ ਨੇ। ਰਸ ਸਮੱਗਰੀ ਦੇ ਸਾਹਮਣੇ ਹੋਣ ਤੇ ਇਹੀ ਸਥਾਈ ਭਾਵ ਜਾਗਦੇ ਹਨ ਅਤੇ ਪਰਿਪੱਕਵ ਹੋ ਕੇ ਰਸ ਵਿੱਚ ਬਦਲ ਜਾਂਦੇ ਹਨ। ਸਥਾਈ ਭਾਵ ਰਸ ਦੀ ਬੁਨਿਆਦ ਹਨ। ਗਿਣਤੀ ਵਿੱਚ ਸਥਾਈ ਭਾਵ 9 ਹਨ। ਅਸਲ ਦੇ ਅੰਦਰ ਸਾਥੀਓ ਸਥਾਈ ਭਾਵ ਨੇ ਜਿਹੜੇ ਉਹ 9 ਨੇ, ਕਿਉਂਕਿ ਜਿਹੜੇ ਰਸ ਨੇ 9 ਹੈ ਤੇ ਉਹ ਹਰ ਇੱਕ ਰਸ ਦਾ ਕੋਈ ਨਾ ਕੋਈ ਸਥਾਈ ਭਾਵ ਜ਼ਰੂਰ ਹੈ। ਸਥਾਈ ਭਾਵ ਤੋਂ ਮਤਲਬ ਇਹ ਹੈ ਕਿ ਕੋਈ ਉਸ ਦਾ ਐਸੀ ਕਾਰਨ ਜਿਸ ਦੇ ਨਾਲ ਉਹ ਪ੍ਰਗਟ ਹੁੰਦਾ ਹੈ। ਅਸਲ ਦੇ ਅੰਦਰ ਉਸ ਨੂੰ ਸਥਾਈ ਭਾਵ ਕਿਹਾ ਜਾਂਦਾ ਹੈ। ਹੁਣ ਆਪਾਂ ਉਹ ਸਥਾਈ ਭਾਵ ਜਿਹੜੇ 9 ਰਸਾਂ ਦੇ ਨੇ ਉਹ ਦੇਖ ਲੈਣੇ ਹਾਂ। ਪਹਿਲਾ ਆ ਜਾਂਦਾ ਹੈ ਪ੍ਰੀਤ, ਫਿਰ ਆ ਜਾਂਦਾ ਹੈ ਹਾਸਾ, ਫਿਰ ਸੋਗ, ਉਸ ਤੋਂ ਬਾਅਦ ਕ੍ਰੋਧ, ਫਿਰ ਹੈ ਉਤਸ਼ਾਹ, ਭੈ, ਘ੍ਰਿਣਾ ਜਿਹਨੂੰ ਆਪਾਂ ਸੂਗ ਵੀ ਕਹਿ ਦਿੰਦੇ ਹਾਂ, ਅਸਰਜ ਤੇ ਵਿਰਾਗ। ਇਹ 9 ਉਹ ਸਥਾਈ ਭਾਵ ਨੇ ਜਿਹੜੇ ਰਸਾਂ ਨੂੰ ਪੈਦਾ ਹੋਣ ਦਾ ਕਾਰਨ ਬਣਦੇ ਨੇ। ਤਾਂ ਇਹ ਸੀ ਆਪਣੇ ਕੋਲੇ ਸਥਾਈ ਭਾਵ, ਯਾਨੀ ਜਿਹੜਾ ਸੰਕਲਪ ਹੈ ਕਾਵੀ ਰਸ ਦਾ, ਰਸ ਸੰਬੰਧੀ ਜੋ ਸੰਕਲਪ ਹੈ ਉਸ ਦੇ ਅੰਦਰ ਸਥਾਈ ਭਾਵ। ਤੇ ਹੁਣ ਆਪਾਂ ਜੋ ਦੇਖਣਾ ਹੈ ਉਸ ਦੇ ਅੰਦਰ ਆ ਜਾਂਦਾ ਸਾਥੀਓ ਵਿਭਾਵ। ਨੋਟ ਕਰ ਲੈਣਾ, ਇਹ ਵਿਭਾਵ ਹੈ। ਹੁਣ ਆਪਾਂ ਇਸ ਨੂੰ ਦੇਖਦੇ ਹਾਂ। ਅਜਿਹੀ ਸਮੱਗਰੀ ਜਿਹੜੀ ਮਨ ਵਿੱਚ ਬੈਠੇ ਸਥਾਈ ਭਾਵ ਨੂੰ ਜਗਾਉਣ ਦਾ ਕਾਰਨ ਬਣਦੀ ਹੈ, ਵਿਭਾਵ ਅਖਵਾਉਂਦੀ ਹੈ। ਯਾਨੀ ਅਸੀਂ ਇਹ ਕਹੀਏ ਕਿ ਮਨ ਦੇ ਅੰਦਰ ਜਿਹੜੇ ਸਾਡੇ ਚੇਤਨ ਅਵਚੇਤਨ ਮਨ ਦੇ ਅੰਦਰ ਜਿਹੜੇ ਖਿਆਲ ਨੇ ਜਿਹੜੇ ਸੁੱਤੇ ਪਏ ਨੇ, ਜਮਾਂਦਰੂ ਨੇ, ਜਾਂ ਕਿਸੇ ਪਰਿਸਥਿਤੀ ਦੇ ਕਾਰਨ ਉਹ ਬਣਦੇ ਨੇ ਤੇ ਟਿਕ ਜਾਂਦੇ ਨੇ, ਪਰ ਉਹ ਜਦੋਂ ਕਿਸੇ ਕਾਰਨ ਤੋਂ ਜਾਗ ਜਾਣ, ਯਾਨੀ ਅਸੀਂ ਉਦਾਹਰਨ ਦੇ ਲਈ ਜੇਕਰ ਆਪਾਂ ਗੱਲ ਕਰੀਏ ਕਿ ਹਰ ਇਨਸਾਨ ਦੇ ਮਨ ਦੇ ਅੰਦਰ ਖਿਆਲ ਨੇ, ਉਹ ਜਜ਼ਬੇ ਨੇ, ਪਰ ਉਹ ਸ਼ਾਂਤ ਰਹਿੰਦੇ ਨੇ। ਪਰ ਜਿਵੇਂ ਕਿ ਆਪਾਂ ਕੋਈ ਨਾਵਲ ਪੜ੍ਹ ਰਹੇ ਹਾਂ ਤਾਂ ਨਾਵਲ ਪੜ੍ਹਦੇ ਸਮੇਂ ਕੋਈ ਦੇਸ਼ ਭਗਤੀ ਦਾ ਉਤਸ਼ਾਹ ਵਾਲਾ ਜੇਕਰ ਅਸੀਂ, ਜਾਂ ਫਿਰ ਇਉਂ ਕਹੀਏ ਕਿ ਪੰਜਾਬੀ ਦੀ ਸਾਹਿਤ ਰਚਨਾ ਚੰਡੀ ਦੀ ਵਾਰ ਆਪਾਂ ਪੜ੍ਹ ਰਹੇ ਹਾਂ, ਤਾਂ ਸਾਡੇ ਮਨ ਦੇ ਉਹ ਖਿਆਲ ਜਜ਼ਬੇ ਇੰਨੇ ਤਿੱਖੇ ਹੋ ਜਾਣਗੇ, ਕਿਉਂਕਿ ਚੰਡੀ ਦੀ ਵਾਰ ਦਾ ਜਿਹੜਾ ਰਸ ਹੈ ਨਾ ਉਹ ਆਪਾਂ ਨੂੰ ਉਸ ਵੱਲ ਖਿੱਚ ਕੇ ਲੈ ਜਾਏਗਾ। ਬਸ ਇਹ ਖਿੱਚਣ ਦਾ ਜੋ ਕਾਰਨ ਬਣਦੇ ਨੇ ਉਹਨਾਂ ਨੂੰ ਹੀ ਆਪਾਂ ਵਿਭਾਵ ਕਹਿੰਦੇ ਹਾਂ।
क्योंकि वो जज्बे तो सब के मन के अंदर है, पर वो जागण का जो कारण बनते ने उन्होंने आपां की नाम देंगे, विभाव का नाम देंगे। विभाव दो तरह के मने जाते हैं। हुण इन्हां दे डिवाइडेशन है जिहड़ा वो दो प्रकार नाल है। एक तो हो जाता है आलंबन विभाव तो दूजा हो जाता है उदीपन विभाव। असल दे अंदर जिहड़ा आलंबन है ये अर्थ है जिहड़ा वो है सहारा या फिर आसरा, यानी जिहड़ा किसी दे मार्फत पैदा हुंदा है, किसी दे नाल जुड़ के अगर कोई प्रगट हुंदा है उन्होंने आपां की कहांगे, उन्होंने आलंबन कहांगे। आलंबन विभाव रस का आधार होंदे ने, यानी इन्हों आपां की कहांगे, इनू आपां रस विभाव रस का आधार कहांगे आलंबन नूं। फिर उस तो बाद दूजा जिहड़ा अपने कोल आ जाता साथियों वो आ जाता उदीपन। उदीपन के कोशगत अर्थ हैं भड़काउणा या फिर उत्तेजित करने की क्रिया, यानी जिथे आलंबन का काम है कि उसका नाल जुड़ के उस तक पहुँच करनी, उत्थे ही उदीपन का काम है कि उसनूं होर तिखा ते तेज़ कर देना, उत्तेजित कर देना, यानी भड़का देना। विभाव जिहड़े कारण हुंदे ने वो दो प्रकार के हुंदे ने, एक आलंबन तो दूसरा हो जाता उदीपन। आलंबन का काम की है, वो है कि किसी के मार्फत आउणा ते इनवॉल्व हो जाना उसके अंदर, तो दूजा कि जिसनों आपां इस दे नाल आपां कहांगे उदीपन, तो उदीपन का काम हो जाएगा आलंबन तो बाद कि उसनूं होर तिखा कर देना, तेज़ कर देना, तो उसनूं उत्तेजित कर देना। उत्तेजित करने की जिहड़ी यह क्रिया ही है वो ये विभाव खवाएगी, विभाव का यह उदीपन पार्ट हो जाएगा अपने को। इस तरह कावी रस नूं वधाउण वाले विभाव नूं उदीपन कहते हैं। यानी इस हिसाब नाल आपां उदीपन जिहड़ा है वो किस नूं कहांगे, कावी रस नूं जिहड़ा वधाउंदे ने, तिखे कर दिंदे ने, तेज़ कर दिंदे ने, उत्तेजित कर दिंदे ने, उहनूं आपां की कह दिंदे हां, उदीपन कह दिंदे हां। तो यह गल सी विभाग की कि विभाव है, नोट कर लेना विभाव है, विभाव नूं आपां दो हिस्सिਆਂ 'ਚ वंडिया, आलंबन ते उदीपन 'ਚ। फिर इस तो बाद जिहड़ा अगला पॉइंट अपने को साथियों आ जाता है, इस संबंधी आपनूं क्वेश्चन भी प्रोवाइड करवाए जाएंगे ताकि होर वधेरे आपनूं समझ आ सकन। हुण जो आपां पॉइंट देखना है साथियों वो आ जाता है अनुभाव। विभाव तो बाद आपां देखना अनुभाव, यानी इनू आपां की कहांगे, परछावां कहांगे। स्थाई भाव जागण तो पिछों दियां विभिन्न चेष्टावां नूं अनुभव किया जाता है। यानी हुण स्थाई भाव जाग गए ने तो उस तो बाद जिहड़ियां इच्छावां ने प्रगट हो रही उन्हां नूं आपां की कहांगे, उन्हां नूं आपां अनुभव कहांगे। हुण इत्थे अपने कोल एक विद्वान का आलेख है, आचार्य विश्वनाथ अनुसार आलंबन, यानी जिहड़े आचार्य विश्वनाथ ने उन्हां दे मुताबिक आलंबन ते उदीपन कारणों तो पैदा हुए भाव का बाहरमुखी प्रगटाव अनुभव है। यानी आचार्य विश्वनाथ अनुभव के बारे की कहता है, वो कहता है कि आलंबन ते उदीपन ये जिहड़े कारणों तो पैदा होंदे ने वो भाव का बाहरमुखी प्रगटाव है जिहड़ा वो ही अनुभाव है, यानी जिन्हों आपां परछावां कह रहे हैं। मनुख के हाव भाव ते हरकतां तो पता लग जाता है कि वो किहड़ी भाव स्थिति विच डुब्बिया होया है। यानी इंसान दे जिहड़े एक्सप्रैशन हुंदे ने, जिहड़े अपने हत्थ पैर चेहरे की स्माइल है, उतों पता चल जाता है कि वो इंसान किहड़े हालात दे विचों उसका मन है जिहड़ा वो गुजर रहा है, या यूँ कहिए कि वो किहड़े रस के अंदर सराबोर है। ये हाव भाव या फिर हरकतां चार प्रकार दीयां मन्नियां जांदियां ने। यानी जिहड़े ये अनुभव है वो किन्ने प्रकार के मन्ने जांदे ने, वो चार प्रकार के मन्ने जांदे ने। पहला जिहड़ा आ जांदा साथी वो आ जांदा कायिक। कायिक का मतलब है शरीरक अंगां दीयां हरकतां। कई बार अपने शरीरक हरकतां तो ही पता चल जाता भी ये किस टाइप के अंदर है, ये उत्साह के अंदर है, ये खुशी के अंदर है, ये गम के अंदर है। फिर आ जाता है वाचिक, यानी वाणी नाल संबंधित, बोलन दे नाल संबंधित। तो कई बार अपने बोलन दे नाल पता चलता है कि उसकी हालत ने जिहड़ी हुण जज्बे ने किस प्रकार दे ने। तो तीसरा जिहड़ा अपने कोले आ जाता आहार्य आ जाता, जिन्होंने आप हार श्रृंगार पहरावे नाल संबंधित कर लेने हैं। ਇਹਦਾ मतलब ये होया कि असीं अपने आप नूं उहो जिहा दिखाउण दी कोशिश करते हैं। जिवें कि असीं ਵੱਖ-ਵੱਖ जेकर असीं किसी तो प्रभावित होकर राजनीति जा रहे हैं तो उहो जी वेशभूषा पा रहे हैं। जेकर असीं साधु जिंदगी
व्यतीत ਦਾ ਸਾਡੇ ਉੱਪਰ ਪ੍ਰਭਾਵ ਹੋ ਗਿਆ ਤਾਂ ਅਸੀਂ ਫਿਰ ਉਹੋ ਜਿਹੇ ਭਗਵੇਂ ਪਾ ਲੈਂਦੇ ਹਾਂ। ਫਿਰ ਇਸ ਤੋਂ ਇਲਾਵਾ ਅਗਰ ਅਸੀਂ ਕਿਸੇ ਹੋਰ ਪ੍ਰੋਫੈਸ਼ਨਲ ਲਾਈਫ ਦੇ ਅੰਦਰ ਜਾਂਦੇ ਹਾਂ ਤਾਂ ਉੱਥੋਂ ਦੀਆਂ ਜਿਹੜੀਆਂ ਡਰੈਸਾਂ ਨੇ ਉਹ ਪਹਿਨ ਲੈਂਦੇ ਹਾਂ। ਤਾਂ ਕਹਿਣ ਦਾ ਮਤਲਬ ਸਾਡਾ ਮਨ ਉਸੇ ਦੇ ਅੰਦਰ ਚਲਿਆ ਜਾਂਦਾ ਹੈ, ਜਿਹਨੂੰ ਆਪਾਂ ਆਹਾਰਿਆ ਦੇ ਡਿਵਾਈਡੇਸ਼ਨ ਦੇ ਅੰਦਰ ਅਨੁਭਾਵ ਦੇ ਤਹਿਤ ਮੰਨ ਲੈਂਦੇ ਹਾਂ। ਤੇ ਚੌਥਾ ਆ ਜਾਂਦਾ ਹੈ ਸਾਤਵਿਕ, ਯਾਨੀ ਮਾਨਸਿਕ ਪ੍ਰਭਾਵ, ਯਾਨੀ ਜਿਹੜੇ ਮਨ ਦੇ ਉੱਪਰ ਸਾਡੇ ਪ੍ਰਭਾਵ ਪੈ ਜਾਂਦੇ ਨੇ ਉਹਨਾਂ ਦੇ ਲਈ ਆ ਜਾਂਦਾ ਹੈ। ਤਾਂ ਇਸ ਪ੍ਰਕਾਰ ਦੇ ਨਾਲ ਆਪਣੇ ਕੋਲ ਅਨੁਭਵ ਹੈ ਜਿਹੜਾ ਸਾਥੀਓ ਉਹ 4 ਹਿੱਸਿਆਂ 'ਚ ਵੰਡ ਕੇ ਪੇਸ਼ ਕੀਤਾ ਜਾਂਦਾ ਹੈ। ਇਸ ਤੋਂ ਬਾਅਦ 'ਚ ਆਪਣੇ ਕੋਲ ਅਗਲਾ ਜੋ ਪੁਆਇੰਟ ਆ ਗਿਆ ਆਪਾਂ ਉਸ ਨੂੰ ਵੀ ਦੇਖ ਲੈਂਦੇ ਹਾਂ। ਇਹ ਹੈ ਸੰਚਾਰੀ ਭਾਵ ਯਾਨੀ ਸਹਿਕਾਰੀ ਭਾਵ। ਇਹਨੂੰ ਆਪਾਂ ਸੈਕੰਡਰੀ ਮੂਡਸ ਕਵਾਂਗੇ, ਜਿਹਨੂੰ ਆਪਾਂ ਸੰਚਾਰੀ ਭਾਵ ਕਹਿ ਦਿੰਦੇ ਹਾਂ ਪੰਜਾਬੀ ਦੇ ਅੰਦਰ। ਹੁਣ ਇਸ ਨੂੰ ਦੇਖ ਲੈਂਦੇ ਹਾਂ। ਸੰਚਾਰਸ਼ੀਲ ਤੇ ਅਟਿਕਵੇਂ ਜਾਂ ਅਸਥਿਰ ਮਨੋਵਿਕਾਰਾਂ ਜਾਂ ਚਿੱਤ ਬਿਰਤੀਆਂ ਨੂੰ ਸੰਚਾਰੀ ਭਾਵ ਕਿਹਾ ਜਾਂਦਾ ਹੈ। ਇਹ ਸਥਾਈ ਭਾਵਾਂ ਨੂੰ ਪੁਸ਼ਟ ਕਰਕੇ ਰਸ ਦੀ ਪਰਿਪੱਕਤਾ ਲਈ ਲਾਭਦਾਇਕ ਹੁੰਦੇ ਨੇ। ਯਾਨੀ ਰਸ ਦੇ ਪਰਿਪੱਕਤਾ ਦੇ ਲਈ ਲਾਭਦਾਇਕ ਕੀ ਹੁੰਦੇ ਨੇ? ਸੰਚਾਰੀ ਭਾਵ ਹੁੰਦੇ ਨੇ। ਤੇ ਇਹਨਾਂ ਦਾ ਕੰਮ ਕੀ ਹੈ? ਇਹ ਹੈ ਕਿ ਅਸਥਿਰ ਜਿਹੜੇ ਮਨੋਵਿਕਾਰ ਹੁੰਦੇ ਨੇ ਉਹਨਾਂ ਦੇ ਅੰਦਰ ਚਿੱਤ ਬਿਰਤੀਆਂ ਨੂੰ ਸੰਚਾਰੀ ਭਾਵ ਦੇ ਨਾਮ ਦੇ ਨਾਲ ਜੋੜਿਆ ਜਾਂਦਾ ਹੈ, ਜਿਹੜੇ ਕਿ ਸਥਾਈ ਭਾਵਾਂ ਨੂੰ ਪੁਸ਼ਟ ਕਰਦੇ ਨੇ। ਜਿਹੜੇ ਸਾਡੇ ਮਨ ਦੇ ਅੰਦਰ ਜਿਹੜੇ ਉਹ ਸਥਾਈ ਭਾਵ ਹੁੰਦੇ ਨੇ ਰਸਾਂ ਦੇ, ਜਿਹੜੇ ਆਪਾਂ ਪਹਿਲੇ 9 ਪੜ੍ਹ ਕੇ ਵੀ ਆਏ ਹਾਂ, 9 ਰਸਾਂ ਦੇ 9 ਸਥਾਈ ਭਾਵ ਪੜ੍ਹ ਕੇ ਆਏ ਹਾਂ। ਇਸ ਤੋਂ ਇਲਾਵਾ ਵੀ ਮੈਂ ਆਪ ਨੂੰ ਇੱਕ ਵੀਡੀਓ ਪ੍ਰੋਵਾਈਡ ਕਰਵਾਵਾਂਗਾ, ਕਿਉਂਕਿ ਵਧੇਰੇ ਕੁਐਸਚਨ ਨੇ ਉਹ ਸਿੱਧੇ ਸਿੱਧੇ ਸਥਾਈ ਭਾਵ ਤੋਂ ਵੀ ਪੁੱਛ ਲਏ ਜਾਂਦੇ ਨੇ। ਇਹਨਾਂ ਦੀ ਹੋਂਦ ਜਲ ਤਰੰਗ ਜਾਂ ਪਾਣੀ ਦੇ ਬੁਲਬੁਲਿਆਂ ਵਾਂਗ ਮੰਨੀ ਜਾਂਦੀ ਹੈ। ਸੰਚਾਰੀ ਭਾਵ ਦਾ ਸੁਭਾਅ ਚੰਚਲ ਹੁੰਦਾ ਹੈ। ਕਾਵੀ ਨਾਟਕ ਵਿੱਚ ਇਹ ਸੰਚਾਰੀ ਭਾਵ ਬਿਜਲੀ ਦੀ ਤਰ੍ਹਾਂ ਲਿਸ਼ਕਦੇ ਤੇ ਤਾਰਿਆਂ ਵਾਂਗ ਜਗਦੇ ਪੁੱਜਦੇ ਨੇ। ਯਾਨੀ ਇਹ ਸੰਚਾਰੀ ਭਾਵ ਜਿਹੜੇ ਹੁੰਦੇ ਨੇ ਇਹਨਾਂ ਨੂੰ ਅਸਲ ਦੇ ਅੰਦਰ ਇਹ ਕਿਹਾ ਗਿਆ ਕਿ ਕਵਿਤਾ ਦੇ ਅੰਦਰ ਜਾਂ ਫਿਰ ਨਾਟਕ ਦੇ ਅੰਦਰ ਇਹਦੇ ਭਾਵ ਇਸ ਤਰੀਕੇ ਨਾਲ ਹੁੰਦੇ ਨੇ ਜਿਵੇਂ ਬਿਜਲੀ ਦੀ ਤਰ੍ਹਾਂ ਜਾਂ ਤਾਂ ਚਮਕਦੇ ਹੋਏ ਤਾਰਿਆਂ ਦੇ ਵਾਂਗ ਜਗਦੇ ਬੁਝਦੇ ਆਪਾਂ ਨੂੰ ਪ੍ਰਤੀਤ ਹੁੰਦੇ ਨੇ। ਉਹਨਾਂ ਨੂੰ ਹੀ ਆਪਾਂ ਸੰਚਾਰੀ ਭਾਵ ਜਾਂ ਫਿਰ ਸਹਿਕਾਰੀ ਭਾਵ ਨੇ ਜਿਹੜੇ ਉਹ ਕਹਿ ਦਿੰਦੇ ਹਾਂ। ਤਾਂ ਇਹ ਸੀ ਸੰਚਾਰੀ ਭਾਵ ਜਾਂ ਫਿਰ ਸਹਿਕਾਰੀ ਭਾਵ। ਇਸ ਤੋਂ ਬਾਅਦ ਆਪਣੇ ਕੋਲ ਇੱਕ ਪੁਆਇੰਟ ਹੋਰ ਆ ਗਿਆ, ਇਸ ਨੂੰ ਵੀ ਆਪਾਂ ਦੇਖ ਹੀ ਲੈਂਦੇ ਹਾਂ। ਇਸ ਦੇ ਅੰਦਰ ਦੱਸਿਆ ਗਿਆ ਹੈ ਕਿ ਸਧਾਰਨੀਕਰਨ ਦਾ ਵਿਸ਼ਾ ਸਧਾਰਨੀਕਰਨ ਦਾ ਸਿੱਧਾ ਸਾਦਾ ਸ਼ਾਬਦਿਕ ਅਰਥ ਤਾਂ ਹੈ ਸਰਵ ਸਧਾਰਨ ਹੋਣਾ, ਖਾਸ ਜਾਂ ਵਿਸ਼ੇਸ਼ ਦਾ ਨਾ ਹੋ ਕੇ ਸਰਵ ਸਾਂਝਾ ਹੋਣਾ। ਯਾਨੀ ਸਧਾਰਨੀਕਰਨ ਦਾ ਮਤਲਬ ਹੈ ਕਿ ਸਾਰਿਆਂ ਦੇ ਲਈ ਹੀ ਸਾਂਝਾ ਹੋਣਾ। ਇਹਦਾ ਮਤਲਬ ਇਹ ਨਹੀਂ ਕਿ ਇੱਕ ਵਿਸ਼ੇਸ਼ ਜਾਂ ਫਿਰ ਕੋਈ ਇੱਕ ਇੰਪੋਰਟੈਂਟ ਪਰਸਨ ਦੀ ਗੱਲ ਨਹੀਂ ਹੈ। ਇੱਥੇ ਗੱਲ ਹੈ ਕਿ ਸਭ ਦੇ ਲਈ ਕੋਮਨ ਹੋਣਾ, ਸਾਂਝਾ ਹੋਣਾ। ਸਧਾਰਨੀਕਰਨ ਇੱਕ ਤਰ੍ਹਾਂ ਦੀ ਕਲਾ ਜੋਗਤ ਹੈ ਜੋ ਕਾਵੀ ਜਾਂ ਨਾਟਕ ਦੀ ਵਿਸ਼ੇਸ਼ ਸ਼ਬਦਾਤਮ ਵਸਤੂ ਨੂੰ ਨਿਰਾਲੀ ਭਾਵ ਸਾਂਝ ਵਿੱਚ ਰੂਪਾਂਤਰਿਤ ਕਰਕੇ ਰਸ ਦੀ ਕੋਟੀ ਤੱਕ ਪਹੁੰਚਾ ਦਿੰਦੀ ਹੈ। ਕਵਿਤਾ ਸੁਣ ਰਿਹਾ ਸਰੋਤਾ ਜਾਂ ਨਾਟਕ ਵੇਖ ਰਿਹਾ ਦਰਸ਼ਕ ਇਸ ਤਰ੍ਹਾਂ ਦੇ ਭਾਵ ਤੋਂ ਗੁਜ਼ਰਦਾ ਹੈ। ਯਾਨੀ ਅਸਲ ਦੇ ਅੰਦਰ ਸਧਾਰਨੀਕਰਨ ਕੀ ਹੈ? ਜਦੋਂ ਕੋਈ ਸਰੋਤਾ ਜਾਂ ਫਿਰ ਦਰਸ਼ਕ ਹੁੰਦੇ ਨੇ ਜਿਹੜੇ ਉਹ ਨਾਟਕ ਜਾਂ ਫਿਰ ਇਹ ਅਸੀਂ ਕਵਿਤਾ ਸੁਣਦੇ ਹਾਂ ਤਾਂ ਉਹ ਜਿਹੜਾ ਅਸੀਂ ਸੁਣ ਰਹੇ ਹੁੰਦੇ ਹਾਂ, ਜਿਹੜਾ ਅਸੀਂ ਦੇਖ ਰਹੇ ਹੁੰਦੇ ਹਾਂ, ਸਾਡੇ ਭਾਵ ਨੇ ਜਿਹੜੇ ਉਸੇ ਪ੍ਰਕਾਰ ਉਸੇ ਵਹਿਣ ਦੇ ਅੰਦਰ ਚਲੇ ਜਾਂਦੇ ਨੇ, ਰਸ ਮਗਨ ਹੋ ਜਾਂਦਾ ਹੈ। ਯਾਨੀ ਕਵਿਤਾ ਸੁਣਦਾ ਹੋਇਆ ਜਾਂ ਫਿਰ ਨਾਟਕ ਦੇਖਦਾ ਹੋਇਆ ਸਰੋਤਾ ਹੈ ਜਿਹੜਾ ਉਹ ਉਸੇ ਰਸ ਦੇ ਅੰਦਰ ਡੁੱਬ ਜਾਂਦਾ ਹੈ ਕਿ ਉਹ ਕਵੀ ਜਾਂ ਨਾਟਕਕਾਰ ਨਾਲ ਭਾਵਾਤਮਿਕ ਸਾਂਝ ਤੇ ਰਿਸ਼ਤਾ ਕਾਇਮ ਕਰ ਲੈਂਦਾ ਹੈ। ਇਹ ਇੱਕ ਅਜਿਹੀ ਮਨੋਸਥਿਤੀ ਹੈ ਜਿੱਥੇ ਵਿਸ਼ੇ ਅਤੇ ਪਾਠਕਾਂ ਵਿੱਚ ਪੂਰਨ ਸੰਬੰਧ ਪੈਦਾ ਹੋ ਜਾਂਦਾ ਹੈ। ਯਾਨੀ ਹੁਣ ਹੁੰਦਾ ਕੀ ਹੈ, ਉਸ ਸਾਹਿਤਕ ਰਚਨਾ ਨੂੰ ਲਿਖਣ ਵਾਲਾ ਕੋਈ ਹੋਰ ਹੈ, ਪਰ ਉਸਨੇ ਜਿਹੜਾ ਉਸ ਦੇ ਅੰਦਰ ਦੇ ਦਿੱਤਾ ਪੜ੍ਹਨ ਵਾਲੇ ਦੇ ਉੱਪਰ ਉਸ ਦੀ ਛਾਪ ਚਲੀ ਜਾਂਦੀ ਹੈ। ਜਾਂ ਫਿਰ ਨਾਟਕ ਹੈ ਤਾਂ ਨਾਟਕ ਖੇਡ ਰਹੇ ਨੇ ਤਾਂ ਉਹ ਦੇਖਦਾ ਹੋਇਆ ਉਸ ਤੋਂ ਪ੍ਰਭਾਵਿਤ ਹੋ ਜਾਂਦਾ ਹੈ ਤੇ ਕਿਤੇ ਨਾ ਕਿਤੇ ਉਸ ਦੀ ਸਾਂਝ ਹੈ ਜਿਹੜੀ ਉਹ ਉਸ ਦੇ ਰਾਈਟਰ ਦੀ ਤੇ ਸਰੋਤਿਆਂ ਦੀ ਉਹ ਸਾਂਝ ਪੈ ਜਾਂਦੀ ਹੈ ਆਪਸ ਦੇ ਅੰਦਰ, ਕਿਉਂਕਿ ਉਹ ਇੱਕੋ ਟੌਪਿਕ ਤੋਂ ਇੱਕੋ ਰਸਤੇ ਤੋਂ ਉਹ ਗੁਜ਼ਰ ਰਹੇ ਹੁੰਦੇ ਨੇ, ਭਾਵ ਇੱਕੋ ਰਸ ਨੂੰ ਮਾਣ ਰਹੇ ਹੁੰਦੇ ਨੇ। ਕਵੀ ਅਤੇ ਪਾਠਕ ਵਿਚਕਾਰ ਜਜ਼ਬਿਆਂ ਸੁੱਖਾਂ ਦੁੱਖਾਂ ਦੀ ਸਾਂਝ ਪੈਦਾ ਹੋ ਜਾਂਦੀ ਹੈ। ਇਉਂ ਵਿਭਾਵ ਅਨੁਭਾਵ ਸਹਿਕਾਰੀ ਸੰਚਾਰੀ ਤੇ ਸਥਾਈ ਭਾਵ
ਦੇ ਸਰਬ ਸਾਂਝਾ ਹੋ ਜਾਣ ਦੀ ਕਿਰਿਆ ਹੀ ਸਧਾਰਨੀਕਰਨ ਹੈ। ਇਸੇ ਕਾਰਨ ਪਾਠਕ, ਦਰਸ਼ਕ ਜਾਂ ਸਰੋਤੇ ਪਾਤਰਾਂ ਦੇ ਦੁੱਖ ਸਮੇਂ ਦੁਖੀ, ਖੁਸ਼ੀ ਸਮੇਂ ਖੁਸ਼ ਹੁੰਦੇ ਨੇ। ਯਾਨੀ ਜਦੋਂ ਕਹਿਣ ਦਾ ਅਰਥ ਹੈ ਕਿ ਜਿਹੜੇ ਉਸ ਸਾਹਿਤਕ ਰਚਨਾ ਦੇ ਪਾਤਰ ਹੁੰਦੇ ਨੇ, ਜਿਹੜੀ ਸਥਿਤੀ 'ਚੋਂ ਉਹ ਗੁਜ਼ਰਦੇ ਨੇ, ਉਸੇ ਸਥਿਤੀ 'ਚੋਂ ਜਿਹੜੇ ਪਾਠਕ ਹੁੰਦੇ ਨੇ ਉਹ ਗੁਜ਼ਰਦੇ ਨੇ, ਕਿਉਂਕਿ ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਸਰਬ ਸਾਂਝ ਹੈ ਜਿਹੜੀ ਉਹ ਸਥਾਪਿਤ ਹੋ ਜਾਂਦੀ ਹੈ। ਇਸੇ ਕਾਰਨ ਅਰਥਾਤ ਉਹਨਾਂ ਵਿੱਚ ਇੱਕਮਿਕਤਾ ਦਾ ਸੰਬੰਧ ਸਥਾਪਿਤ ਹੋ ਜਾਂਦਾ ਹੈ। ਤਾਂ ਇਹ ਸੀ ਸਾਥੀਓ ਆਪਣੇ ਕੋਲ ਕੁਝ ਪ੍ਰਮੁੱਖ ਸੰਕਲਪ ਜੋ ਕਾਵਿ ਰਸ ਦੇ ਸਨ, ਆਪਾਂ ਪੜ੍ਹੇ। ਮੈਨੂੰ ਆਸ ਹੈ ਕਿ ਆਪ ਨੂੰ ਸਮਝ ਆ ਗਏ ਹੋਣਗੇ। ਫਿਰ ਵੀ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਆਪ ਨੂੰ ਕਿਸ ਪ੍ਰਕਾਰ ਦੇ ਲੱਗੇ। ਵਧੀਆ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ, ਕਿਉਂਕਿ ਹੋਰ ਵੀ ਬਹੁਤ ਸਾਰੇ ਸਾਥੀਆਂ ਨੂੰ ਆਪਾਂ ਇਸ ਪਲੇਟਫਾਰਮ 'ਤੇ ਲਿਆ ਕੇ ਪੰਜਾਬੀ ਵਿਸ਼ੇ ਦੀ ਤਿਆਰੀ ਦੇ ਨਾਲ ਜੋੜਨਾ ਹੈ ਅਤੇ ਇੱਕ ਚੰਗਾ ਮਾਹੌਲ ਸਿਰਜਣਾ ਹੈ। ਮਿਲਦੇ ਹਾਂ ਅਗਲੀ ਕਲਾਸ ਦੇ ਅੰਦਰ, ਉਦੋਂ ਤੱਕ ਦੇ ਲਈ ਧੰਨਵਾਦ ਸਾਥੀਓ।